ਜੈ ਮਹਾਰਾਜ ਜੀ ਕੀ। ਸਿਆਣਿਆਂ ਨੇ ਇਹ ਗੱਲ ਕਹੀ ਹੈ, ਪੈਰਾਂ ਦੀ ਜੇ ਚਾਲ ਸਹੀ ਹੈ, ਮਾਰ ਆਵਾਜ਼ਾਂ ਕੋਲ ਬੁਲਾਵੇ, ਮੰਜ਼ਿਲ ਕਦੇ ਵੀ ਦੂਰ ਨਹੀਂ ਹੈ। ਮੈਂ ਸੁਨੀਤਾ ਪਾਵਲਾ, ਲਾਸ ਐਂਜਲਸ, ਅਮਰੀਕਾ ਦੀ ਰਹਿਣ ਵਾਲੀ ਹਾਂ। ਮੈਂ ਆਪਣੇ ਪਤੀ ਅਤੇ ਬੱਚਿਆਂ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੀ ਸੀ। ਉਸ ਸਮੇਂ ਦੇ ਹਾਲਾਤਾਂ ਬਾਰੇ ਮੈਂ ਕੀ ਦੱਸਾਂ। ਮੈਂ ਤਾਂ ਬਸ ਇਹੀ ਕਹਾਂਗੀ ਕਿ ਸੁੱਖ ਤਾਂ ਜਿਵੇਂ ਮੇਰੀ ਜ਼ਿੰਦਗੀ ਵਿੱਚੋਂ ਖੰਭ ਲਗਾ ਕੇ ਉੱਡ ਹੀ ਗਏ ਸਨ। ਉਹਨਾਂ ਦੀ ਜਗ੍ਹਾ ਭੈੜੇ ਦੁੱਖਾਂ ਨੇ ਆਣ ਮੱਲ ਲਈ ਸੀ। ਘਰ ਦੇ ਹਾਲਾਤ ਇਹ ਬਣ ਗਏ ਸਨ। ਮੇਰੀ ਅਕਸਰ ਹੀ ਆਪਣੇ ਘਰਵਾਲੇ ਨਾਲ ਬਿਨਾਂ ਕਿਸੇ ਗੱਲ ਤੋਂ ਲੜਾਈ ਹੁੰਦੀ ਰਹਿੰਦੀ ਸੀ। ਨਿੱਤ ਦੀ ਇਸ ਲੜਾਈ ਨਾਲ ਸਾਡੇ ਜੀਵਨ ਵਿੱਚ ਤਣਾਅ ਜਿਹਾ ਆ ਗਿਆ। ਮੈਂ ਆਪਣੀਆਂ ਅੱਖਾਂ ਅੱਗੇ ਆਪਣੇ ਘਰ ਨੂੰ ਉਜੜਦਾ ਦੇਖ ਰਹੀ ਸੀ। ਇਹ ਸਭ ਕਿਉਂ ਹੋ ਰਿਹਾ ਸੀ, ਇਸ ਦੀ ਸਮਝ ਨਾ ਮੈਨੂੰ ਲੱਗ ਰਹੀ ਸੀ ਅਤੇ ਨਾ ਹੀ ਮੇਰੇ ਪਤੀ ਨੂੰ। ਮੈਂ ਸਰੀਰਕ ਤੌਰ ਤੇ ਵੀ ਬਿਮਾਰ ਅਤੇ ਤਣਾਅ ਦੀ ਸ਼ਿਕਾਰ ਹੋ ਗਈ। ਪਰੰਤੂ ਹੁਣ ਇਹ ਗੱਲ ਮੈਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਸੁੱਖ ਦੇ ਗਰਭ ਵਿੱਚ ਦੁੱਖ ਹੁੰਦਾ ਹੈ ਅਤੇ ਦੁੱਖ ਦੇ ਗਰਭ ਵਿੱਚ ਸੁੱਖ। ਜੇਕਰ ਮੇਰੇ ਜੀਵਨ ਅੰਦਰ ਵੀ ਅਜਿਹਾ ਦੁੱਖਦਾਇਕ ਸਮਾਂ ਨਾ ਆਉਂਦਾ ਤਾਂ ਅੱਜ ਮੇਰਾ ਨਾਮ ਵੀ ਗੁਰੂ ਮਹਾਰਾਜ ਜੀ ਦੇ ਸੇਵਕਾਂ ਵਿੱਚ ਸ਼ੁਮਾਰ ਨਾ ਹੁੰਦਾ। ਇਸ ਲਈ ਮੇਰੇ ਲਈ ਇਹ ਦੁੱਖ ਟਰਨਿੰਗ ਪੁਆਇੰਟ ਸਨ, ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ। ਲਾਸ ਐਂਜਲਸ ਵਿੱਚ ਮੇਰੇ ਮਾਤਾ ਜੀ ਵੀ ਸਾਡੇ ਨਾਲ ਸਾਡੇ ਘਰ ਦੇ ਕੋਲ ਹੀ ਰਹਿੰਦੇ ਸਨ। ਇਸ ਕਰਕੇ ਸਾਡਾ ਉਹਨਾਂ ਦੇ ਘਰ ਆਉਣਾ ਜਾਣਾ ਬਣਿਆ ਰਹਿੰਦਾ ਸੀ। ਮੇਰੇ ਮਾਤਾ ਜੀ ਦੇ ਗੁਆਂਢ ਵਿੱਚ ਇੱਕ ਭੈਣ ਰਹਿੰਦੀ ਸੀ, ਜਿਸ ਨੇ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਤੋਂ ਗਿਆਨ ਪ੍ਰਾਪਤ ਕੀਤਾ ਹੋਇਆ ਸੀ। ਉਹਨਾਂ ਨੇ ਹੀ ਮੇਰੇ ਮਾਤਾ ਜੀ ਨੂੰ ਗੁਰੂ ਮਹਾਰਾਜ ਬਾਰੇ ਅਤੇ ਸਤਸੰਗ ਸੁਣਾਇਆ, ਗੁਰੂ ਮਹਾਰਾਜ ਬਾਰੇ ਦੱਸਿਆ ਅਤੇ ਸਤਸੰਗ ਸੁਣਾਇਆ ਸੀ। ਜਿਵੇਂ ਸਭ ਦੇ ਮਨ 'ਚ ਇੱਕ ਡਰ ਹੁੰਦਾ ਹੈ ਕਿ ਜੇਕਰ ਅਸੀਂ ਆਪਣੇ ਪਹਿਲਾਂ ਵਾਲੇ ਦੇਵੀ ਦੇਵਤਿਆਂ ਨੂੰ ਛੱਡਾਂਗੇ ਤਾਂ ਕਿਤੇ ਸਾਡੇ ਨਾਲ ਕੋਈ ਅਣਹੋਣੀ ਘਟਨਾ ਹੀ ਨਾ ਹੋ ਜਾਵੇ। ਮੇਰੇ ਮਾਤਾ ਜੀ ਵੀ ਡਰਦੇ ਸਨ ਕਿ ਕਿਤੇ ਸਾਨੂੰ ਕੋਈ ਨੁਕਸਾਨ ਹੀ ਨਾ ਹੋ ਜਾਵੇ। ਇਸ ਲਈ ਜਦੋਂ ਵੀ ਉਹ ਭੈਣ ਜੀ ਉਹਨਾਂ ਨਾਲ ਸਤਸੰਗ ਦੀ ਗੱਲ ਕਰਦੇ ਤਾਂ ਉਹ ਟਾਲ ਮਟੋਲ ਕਰ ਦਿੰਦੇ। ਮੈਂ ਵੀ ਜਦੋਂ ਆਪਣੀ ਮਾਤਾ ਦੇ ਘਰ ਜਾਂਦੀ ਤਾਂ ਉਹ ਮੈਨੂੰ ਵੀ ਸਤਸੰਗ ਸੁਣਾਉਂਦੀ ਕਿ ਸਾਨੂੰ ਮਨੁੱਖ ਦਾ ਚੋਲਾ ਇਸ ਲਈ ਮਿਲਿਆ ਹੈ ਤਾਂ ਕਿ ਅਸੀਂ ਇੱਕ ਪੂਰਨ ਸੰਤ ਦੇ ਚਰਨੀ ਲੱਗ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਈਏ। ਉਸਨੇ ਸਾਡੇ ਨਾ ਕਰਨ ਤੇ ਵੀ ਸਾਨੂੰ ਸਤਸੰਗ ਸੁਣਾਉਣਾ ਅਤੇ ਕਈ ਵਾਰ ਘਰ ਆ ਕੇ ਜ਼ਬਰਦਸਤੀ ਸਤਸੰਗ ਦੀਆਂ ਕੈਸਟਾਂ ਦੇ ਦੇਣੀਆਂ। ਭਾਵੇਂ ਸਾਨੂੰ ਸਭ ਨੂੰ ਉਹਨਾਂ ਦਾ ਅਜਿਹਾ ਵਰਤਾਵ ਬੁਰਾ ਲੱਗਦਾ ਸੀ, ਪਰ ਇੱਕ ਗੁਆਂਢੀ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਕੁਝ ਨਾ ਕਹਿੰਦੇ, ਜਾਂ ਅਜਿਹਾ ਕਹਿਣਾ ਜ਼ਿਆਦਾ ਠੀਕ ਹੋਵੇਗਾ ਕਿ ਗੁਰੂ ਮਹਾਰਾਜ ਜੀ ਦੀ ਇੱਛਾ ਦੇ ਸਾਹਮਣੇ ਸਾਡੀ ਜ਼ੁਬਾਨ ਬੰਦ ਹੋ ਜਾਂਦੀ ਸੀ। ਅਜਿਹਾ 5-6 ਮਹੀਨਿਆਂ ਤੱਕ ਚੱਲਦਾ ਰਿਹਾ। ਇੱਕ ਵਾਰ ਉਸ ਭੈਣ ਨੇ ਮੇਰੇ ਮਾਤਾ ਜੀ ਅਤੇ ਮੇਰੀ ਭੈਣ ਦੇ ਗਲ ਵਿੱਚ ਗੁਰੂ ਮਹਾਰਾਜ ਜੀ ਦੇ ਲੋਕਟ ਪਾ ਦਿੱਤੇ। ਮੈਂ ਉਹਨਾਂ ਨੂੰ ਬਹੁਤ ਗੁੱਸੇ ਹੋਈ, ਜਿਸ ਕਾਰਨ ਉਹਨਾਂ ਨੇ ਲੋਕਟ ਉਤਾਰ ਦਿੱਤੇ। ਮੈਨੂੰ ਉਸ ਸਮੇਂ ਨਹੀਂ ਪਤਾ ਸੀ ਕਿ ਮੈਂ ਕਿੰਨਾ ਵੱਡਾ ਪਾਪ ਕਰ ਰਹੀ ਹਾਂ, ਪਰ ਫਿਰ ਵੀ ਮੇਰੇ ਸਤਿਗੁਰੂ ਨੇ ਮੈਨੂੰ ਬਖਸ਼ ਲਿਆ ਅਤੇ ਆਪਣੇ ਚਰਨਾਂ ਦੀ ਛੋਹ ਪ੍ਰਦਾਨ ਕਰ ਦਿੱਤੀ। ਇਸ ਤੋਂ ਬਾਅਦ ਉਸ ਗੁਆਂਢਣ ਭੈਣ ਨੇ ਸਾਡੇ ਘਰ ਵਿੱਚ ਵੀ ਗੁਰੂ ਮਹਾਰਾਜ ਜੀ ਦੇ ਸਵਰੂਪ ਲਗਾ ਦਿੱਤੇ। ਇਸ ਵਾਰ ਪਤਾ ਨਹੀਂ ਕਿਉਂ ਮੈਂ ਚਾਹ ਕੇ ਵੀ ਗੁਰੂ ਮਹਾਰਾਜ ਜੀ ਦੇ ਸਵਰੂਪ ਨਹੀਂ ਉਤਾਰ ਸਕੀ। ਇਹ ਉਸ ਬਖਸ਼ਣਹਾਰ ਦੀ ਮੇਰੇ ਤੇ ਬਹੁਤ ਵੱਡੀ ਕਿਰਪਾ ਸੀ, ਜਿਸ ਦੇ ਸਦਕਾ ਮੈਂ ਇਹ ਬੁਰਾ ਕਰਮ ਦੁਬਾਰਾ ਨਹੀਂ ਕੀਤਾ। ਸਿਆਣਿਆਂ ਦਾ ਕਥਨ ਹੈ ਕਿ ਜੇਕਰ ਪੱਥਰ ਤੇ ਵੀ ਰੱਸੀ ਘਸਾਉਂਦੇ ਰਹੀਏ ਤਾਂ ਉਸ ਉੱਪਰ ਵੀ ਨਿਸ਼ਾਨ ਬਣ ਜਾਂਦਾ ਹੈ। ਅਜਿਹਾ ਕਹਿਣਾ ਠੀਕ ਹੀ ਹੋਵੇਗਾ ਕਿ ਸਾਡੇ ਉੱਪਰ ਵੀ ਭੈਣ ਜੀ ਦੁਆਰਾ ਦਿੱਤੇ ਸਤਸੰਗ ਵਿਚਾਰਾਂ ਦਾ ਕੁਝ ਨਾ ਕੁਝ ਅਸਰ ਹੋਣਾ ਲੱਗਾ ਸੀ। ਇੱਕ ਰਾਤ ਮੈਂ ਸੁਪਨੇ ਵਿੱਚ ਦੇਖਿਆ ਕਿ ਅਚਾਨਕ ਗੁਰੂ ਮਹਾਰਾਜ ਜੀ ਸਰੂਪ ਵਿੱਚੋਂ ਬਾਹਰ ਆ ਗਏ ਅਤੇ ਮੇਰੇ ਵੱਲ ਦੇਖ ਕੇ ਮੁਸਕਰਾ ਪਏ। ਮੈਂ ਸੋਚਿਆ ਕਿ ਮੇਰੀ ਤਬੀਅਤ ਬਹੁਤ ਖਰਾਬ ਹੈ, ਸ਼ਾਇਦ ਇਸ ਲਈ ਮੈਨੂੰ ਇਹ ਸਭ ਦਿਖਾਈ ਦੇਣ ਲੱਗ ਪਿਆ ਹੈ। ਮੈਂ ਦੇਖਿਆ ਕਿ ਉਹ ਸਰੂਪ ਵਿੱਚੋਂ ਨਿਕਲ ਕੇ ਬਾਹਰ ਬੈਠ ਗਏ ਹਨ। ਗੁਰੂ ਮਹਾਰਾਜ ਜੀ ਨੇ ਮੈਨੂੰ ਹੌਸਲਾ ਦਿੱਤਾ ਅਤੇ ਮੁਸਕਰਾ ਪਏ। ਜਦੋਂ ਸਵੇਰੇ ਮੇਰੀ ਜਾਗ ਖੁੱਲ੍ਹੀ ਤਾਂ ਮੈਂ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰ ਰਹੀ ਸੀ। ਸੱਚਮੁੱਚ ਸਤਿਗੁਰੂ ਤਾਂ ਜੀਵਾਂ ਦਾ ਕਲਿਆਣ ਕਰਨ ਲਈ ਕਿਤੇ ਵੀ ਪਹੁੰਚ ਜਾਂਦੇ ਹਨ। ਉਹਨਾਂ ਲਈ ਹੱਦਾਂ ਸਰਹੱਦਾਂ ਲੋਕ ਪਰਲੋਕ ਦੀ ਕੋਈ ਸੀਮਾ ਨਹੀਂ ਹੁੰਦੀ।
ਮੈਂ ਗੁਰੂ ਮਹਾਰਾਜ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਗੁਰੂਦੇਵ, ਤੁਸੀਂ ਹੀ ਸਭ ਕੁਝ ਕਰਨ ਵਾਲੇ ਹੋ। ਹੁਣ ਸਿਰਫ ਤੁਸੀਂ ਹੀ ਮੈਨੂੰ ਬਚਾ ਸਕਦੇ ਹੋ। ਜਿਵੇਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ, ਇਸ ਕਰਕੇ ਮੇਰਾ ਸੁਭਾਅ ਕਾਫੀ ਚਿੜਚਿੜਾ ਹੋ ਗਿਆ ਸੀ। ਮੇਰੀ ਹਾਲਤ ਇੱਥੋਂ ਤੱਕ ਖਰਾਬ ਹੋ ਗਈ ਸੀ ਕਿ ਮੈਂ ਆਪਣੇ ਬੱਚਿਆਂ ਦਾ ਮੂੰਹ ਤੱਕ ਨਹੀਂ ਦੇਖਣਾ ਚਾਹੁੰਦੀ ਸੀ। ਦੂਸਰੇ ਦਿਨ ਮੈਂ ਉਸ ਗੁਰੂ ਭੈਣ ਨੂੰ ਫੋਨ ਕੀਤਾ ਕਿ ਮੈਨੂੰ ਸਤਸੰਗ ਆਸ਼ਰਮ ਲੈ ਚੱਲੋ। ਮੈਂ ਉੱਥੇ ਰਹਿ ਕੇ ਸਤਸੰਗ ਸੁਣ ਕੇ ਗਿਆਨ ਪ੍ਰਾਪਤ ਕਰਨਾ ਚਾਹੁੰਦੀ ਹਾਂ। ਭੈਣ ਜੀ ਮੈਨੂੰ ਖੁਸ਼ੀ ਫਰਨੇਸੋ ਆਸ਼ਰਮ ਵਿਖੇ ਸਤਸੰਗ ਸੁਣਾਉਣ ਲਈ ਲੈ ਗਏ। ਅਸੀਂ ਸਾਰੇ ਜਣੇ ਇੱਕ ਹਫ਼ਤਾ ਭਵਨ ਵਿੱਚ ਠਹਿਰੇ, ਪਰ ਉੱਥੇ ਰਹਿ ਕੇ ਵੀ ਮੈਨੂੰ ਕੁਝ ਸਮਝ ਨਾ ਆਇਆ, ਕਿਉਂਕਿ ਮੇਰੇ ਮਨ ਅੰਦਰ ਸ਼ੰਕਾ ਦਾ ਅਥਾਹ ਭੰਡਾਰ ਜਮ੍ਹਾਂ ਹੋਇਆ ਪਿਆ ਸੀ। ਭਾਵੇਂ ਮੇਰਾ ਕੋਈ ਸ਼ੁਭ ਕਰਮ ਮੈਨੂੰ ਸਤਿਗੁਰ ਦੇ ਦਰਬਾਰ ਤੱਕ ਲੈ ਆਇਆ ਸੀ, ਪਰ ਮੇਰੇ ਅੰਦਰੋਂ ਹਾਲੇ ਵੀ ਮੇਲ ਖਤਮ ਨਹੀਂ ਹੋਈ ਸੀ। ਮੈਂ ਸੋਚਿਆ ਕਿ ਇੱਥੇ ਵੀ ਇਹ ਲੋਕ ਸਭ ਨੂੰ ਆਪਣੇ ਮਗਰ ਲਗਾ ਰਹੇ ਹਨ। ਸੰਖੇਪ ਵਿੱਚ ਮੈਂ ਕਹਾਂ ਤਾਂ ਮੈਂ ਆਸ਼ਰਮ ਵਿੱਚ ਖਾਲੀ ਗਈ ਸੀ ਅਤੇ ਖਾਲੀ ਹੀ ਵਾਪਸ ਆ ਗਈ। ਮੈਨੂੰ ਗੁਰੂ ਦੀ ਮਹਿਮਾ ਦਾ ਕੋਈ ਸਮਝ ਨਾ ਆਈ। ਮੈਂ ਹਰ ਹਾਲ ਤੇ ਸ਼ੰਕਾ ਵੀ ਕਰਦੀ ਸੀ। ਹਰ ਗੱਲ ਤੇ ਸ਼ੰਕਾ ਵੀ ਕਰਦੀ ਸੀ। ਜਿਵੇਂ ਕਦੋਂ ਅਸੀਂ ਫਰਨੇਸੋ ਆਸ਼ਰਮ ਚੋਂ ਵਾਪਿਸ ਆਉਣ ਲੱਗੇ ਤਾਂ ਮਾਤਾ ਜੀ ਨੇ ਮੈਨੂੰ ਗਲੇ 'ਚ ਪਾਉਣ ਲਈ ਗੁਰੂ ਮਹਾਰਾਜ ਜੀ ਦਾ ਲੋਕਟ ਦਿੱਤਾ, ਪਰ ਮੇਰੇ ਮਨ ਅੰਦਰ ਗੁਰੂ ਮਹਾਰਾਜ ਜੀ ਪ੍ਰਤੀ ਕੋਈ ਸ਼ਰਧਾ ਨਹੀਂ ਸੀ। ਇਸ ਲਈ ਮੈਨੂੰ ਬੁਰਾ ਲੱਗਿਆ ਕਿ ਇਹ ਸਾਨੂੰ ਆਪਣੇ ਗੁਰੂ ਦੀ ਤਸਵੀਰ ਗਲ ਵਿੱਚ ਪਾਉਣ ਲਈ ਕਿਉਂ ਦੇ ਰਹੇ ਹਨ। ਮੈਂ ਕਿਸੇ ਨੂੰ ਕੁਝ ਕਿਹਾ ਤਾਂ ਨਹੀਂ, ਪਰ ਮੈਂ ਗੁਰੂ ਮਹਾਰਾਜ ਜੀ ਦਾ ਲੋਕਟ ਗਲ ਵਿੱਚ ਪਾਉਣ ਦੀ ਬਜਾਏ ਆਪਣੇ ਫਰਸ਼ ਵਿੱਚ ਰੱਖ ਲਿਆ। ਮੈਨੂੰ ਨਹੀਂ ਪਤਾ ਸੀ ਇਹ ਲੋਕ ਤਾਂ ਮੈਨੂੰ ਦੁੱਖਾਂ ਤੋਂ ਮੁਕਤ ਪ੍ਰਦਾਨ ਕਰਾਉਣ ਲਈ ਮੇਰੇ ਗਲ ਵਿੱਚ ਲੋਕਟ ਪਾ ਰਹੇ ਹਨ। ਅੱਜ ਵੀ ਮੈਂ ਆਪਣੀ ਇਸ ਮੂਰਖਤਾ ਲਈ ਵਾਰ-ਵਾਰ ਗੁਰੂ ਮਹਾਰਾਜ ਜੀ ਤੋਂ ਮੁਆਫੀ ਮੰਗਦੀ ਹਾਂ। ਇੱਕ ਹਫ਼ਤਾ ਫਰਨੇਸੋ ਆਸ਼ਰਮ ਵਿੱਚ ਰਹਿਣ ਤੋਂ ਬਾਅਦ ਅਸੀਂ ਵਾਪਿਸ LA ਦਾ ਮਤਲਬ ਹੁੰਦਾ ਹੈ ਵੀ ਲਾਸ ਐਂਜਲਸ ਵਾਪਸ ਆ ਗਏ। ਮੇਰਾ ਸਹੁਰਾ ਪਰਿਵਾਰ ਭਗਤੀ ਭਾਵ ਵਾਲਾ ਸੀ। ਇਸ ਕਾਰਨ ਮੇਰੇ ਪਤੀ ਸੰਤਾਂ ਮਹਾਂਪੁਰਸ਼ਾਂ ਨੂੰ ਮੰਨਦੇ ਸਨ, ਇਸ ਲਈ ਉਹ ਗੁਰੂ ਮਹਾਰਾਜ ਜੀ ਪ੍ਰਤੀ ਸ਼ਰਧਾ ਰੱਖਦੇ ਸਨ। ਘਰ ਵਾਪਸ ਆਉਂਦਿਆਂ ਹੀ ਮੇਰੀ ਤਬੀਅਤ ਫਿਰ ਬਹੁਤ ਖਰਾਬ ਹੋ ਗਈ। ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਆਪਣੀ ਮਨਮਤ ਕਾਰਨ ਉਸ ਦਰਬਾਰ ਤੋਂ ਖਾਲੀ ਹੱਥ ਪਰਤ ਆਈ ਸੀ। ਜਿਸ ਦੀ ਦਹਿਲੀਜ਼ ਤੇ ਹੀ ਇਨਸਾਨ ਦੇ ਸਾਰੇ ਦੁੱਖ ਦਰਦ ਢੇਰੀ ਹੋ ਜਾਂਦੇ ਹਨ। ਮੇਰੇ ਪਤੀ ਤੋਂ ਮੇਰੀ ਹਾਲਤ ਦੇਖੀ ਨਹੀਂ ਗਈ। ਉਹ ਕਹਿਣ ਲੱਗੇ ਕਿ ਮੈਂ ਤੈਨੂੰ ਦੁਬਾਰਾ ਆਸ਼ਰਮ ਵਿੱਚ ਛੱਡ ਆਉਂਦਾ ਹਾਂ, ਪਰ ਅਸਲੀਅਤ ਤਾਂ ਇਹ ਸੀ ਕਿ ਗੁਰੂ ਮਹਾਰਾਜ ਜੀ ਮੇਰੇ ਪਤੀ ਤੇ ਆਪਣੀ ਕਿਰਪਾ ਕਰਨੀ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਬਹਾਨੇ ਨਾਲ ਆਸ਼ਰਮ ਵਿੱਚ ਬੁਲਾ ਲਿਆ। 2 ਸਤਸੰਗ ਸੁਣਨ ਤੋਂ ਬਾਅਦ ਅਗਲੇ ਦਿਨ ਹੀ ਮੇਰੇ ਪਤੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਇਸ ਦਾ ਕਾਰਨ ਇਹ ਸੀ ਕਿ ਮੇਰੇ ਪਤੀ ਜਿਗਿਆਸੂ ਸਨ। ਮੈਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਮੇਰੇ ਮਨ ਦੀ ਸਲੇਟ ਹਾਲੇ ਤਰ੍ਹਾਂ ਦੇ ਵਿਚਾਰਾਂ ਨਾਲ ਭਰੀ ਪਈ ਸੀ। ਗਿਆਨ ਲੈਣ ਪਿੱਛੋਂ ਮੇਰੇ ਪਤੀ, ਮਾਤਾ ਜੀ ਅਤੇ ਭੈਣ ਜੀ ਬਹੁਤ ਖੁਸ਼ ਰਹਿੰਦੇ ਸਨ। ਉਹਨਾਂ ਦੇ ਚਿਹਰੇ ਦੀ ਨੁਹਾਰ ਹੀ ਬਦਲ ਗਈ ਸੀ। ਮੇਰੇ ਪਤੀ ਨੂੰ ਪਹਿਲਾਂ ਵਾਂਗ ਗੁੱਸਾ ਨਹੀਂ ਆਉਂਦਾ ਸੀ। ਸਾਡੇ ਘਰ ਵਿੱਚ ਸ਼ਾਂਤੀ ਹੋਣ ਲੱਗੀ। ਮੈਨੂੰ ਇਹ ਗੱਲ ਬਹੁਤ ਚੁੱਭ ਰਹੀ ਸੀ ਕਿ ਉਹਨਾਂ ਸਭ ਨੂੰ ਬ੍ਰਹਮ ਗਿਆਨ ਮਿਲ ਗਿਆ ਹੈ, ਪਰ ਮੈਨੂੰ ਕਿਉਂ ਨਹੀਂ ਮਿਲਿਆ। ਮੈਂ ਗੁਰੂ ਮਹਾਰਾਜ ਜੀ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ ਕਿ ਮੇਰੇ ਤੇ ਵੀ ਕਿਰਪਾ ਕਰਕੇ ਮੈਨੂੰ ਬ੍ਰਹਮ ਗਿਆਨ ਪ੍ਰਦਾਨ ਕਰੋ। ਇਸ ਦਾ ਕਾਰਨ ਇਹ ਨਹੀਂ ਸੀ ਕਿ ਮੈਂ ਗੁਰੂ ਮਹਾਰਾਜ ਜੀ ਦੀ ਭਗਤ ਬਣ ਗਈ ਸੀ, ਸਗੋਂ ਮੇਰੇ ਅੰਦਰ ਹੰਕਾਰ ਸੀ ਕਿ ਮੇਰੇ ਕਾਰਨ ਤਾਂ ਇਹਨਾਂ ਨੂੰ ਗੁਰੂ ਮਹਾਰਾਜ ਜੀ ਬਾਰੇ ਪਤਾ ਚੱਲਿਆ ਹੈ ਅਤੇ ਬ੍ਰਹਮ ਗਿਆਨ ਮਿਲਿਆ, ਫਿਰ ਮੈਨੂੰ ਕਿਉਂ ਨਹੀਂ ਮਿਲਿਆ। ਗੁਰੂ ਮਹਾਰਾਜ ਜੀ ਤਾਂ ਮੇਰੀ ਅੰਦਰੂਨੀ ਭਾਵਨਾ ਨੂੰ ਜਾਣਦੇ ਸਨ, ਇਸ ਲਈ ਉਹ ਮੇਰੇ ਅੰਦਰ ਪੂਰੀ ਪਿਆਸ ਜਗਾਉਣਾ ਚਾਹੁੰਦੇ ਸਨ। ਹੌਲੀ ਮੈਨੂੰ ਬ੍ਰਹਮ ਗਿਆਨ ਦੀ ਸੱਚਮੁੱਚ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਲਈ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਨਵੰਬਰ 2001 ਵਿੱਚ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ। ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮੈਂ ਵੀ ਧਿਆਨ ਸਾਧਨਾ ਕਰਨ ਲੱਗੀ, ਜਿਸ ਕਾਰਨ ਮੇਰਾ ਮਨ ਹੌਲੀ ਬਿਲਕੁਲ ਸ਼ਾਂਤ ਹੋ ਗਿਆ। ਕਿਹਾ ਜਾਂਦਾ ਹੈ ਕਿ ਇਨਸਾਨ ਦਾ ਮਨ ਹਰ ਵੇਲੇ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ਹੈ।
ਜਿਸ ਵਿੱਚ ਜ਼ਿਆਦਾਤਰ ਉਹ ਗਲਤ ਹੀ ਸੋਚਦਾ ਹੈ। ਮੇਰਾ ਮਨ ਵੀ ਅਜਿਹਾ ਹੀ ਸ਼ੈਤਾਨ ਸੀ ਜਿਸ ਨੇ ਗਿਆਨ ਸਮੇਂ ਵੀ ਮੇਰਾ ਪਿੱਛਾ ਕੀਤਾ। ਜਿਸ ਸਮੇਂ ਮੈਨੂੰ ਗਿਆਨ ਦੀ ਪ੍ਰਾਪਤੀ ਹੋ ਰਹੀ ਸੀ ਤਾਂ ਮੇਰੇ ਮਨ ਅੰਦਰ ਸ਼ੰਕਾ ਆ ਗਿਆ ਕਿ ਕਿਤੇ ਇਹ ਮੇਰੇ ਸਿਰ ਵਿੱਚ ਕੁਝ ਪਾ ਹੀ ਨਾ ਦੇਣ। ਮੇਰੇ ਕਰਮ ਸੰਸਕਾਰ ਕਿੰਨੇ ਬੁਰੇ ਸਨ ਕਿ ਮੈਂ ਉਸ ਗੁਰੂ ਤੇ ਸ਼ੰਕਾ ਕੀਤਾ ਜਿਸ ਨੇ ਮੇਰੀ ਗਲਤ ਸੋਚ ਨੂੰ ਜਾਣਦੇ ਹੋਏ ਵੀ ਮੈਨੂੰ ਇੰਨਾ ਵੱਡਾ ਮਹਾਨ ਗਿਆਨ ਦਿੱਤਾ। ਗਿਆਨ ਲੈਣ ਸਮੇਂ ਮੈਨੂੰ ਬਹੁਤ ਜ਼ਿਆਦਾ ਚਮਤਕਾਰ ਰੋਸ਼ਨੀ ਦਿਖਾਈ ਦਿੱਤੀ। ਹੋਰ ਵੀ ਕਾਫੀ ਸਾਰੇ ਅਨੁਭਵ ਹੋਏ, ਪਰ ਫਿਰ ਵੀ ਮੈਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਵਿਸ਼ਵਾਸ ਨਹੀਂ ਹੋ ਸਕਿਆ। ਗਿਆਨ ਲੈਣ ਉਪਰੰਤ ਮੈਂ 1 ਮਹੀਨਾ ਬਹੁਤ ਡਟ ਕੇ ਸਾਧਨਾ ਕੀਤੀ, ਪਰ 1 ਮਹੀਨੇ ਬਾਅਦ ਮੇਰੀ ਸਾਧਨਾ ਘਟ ਗਈ। 2.5 ਘੰਟਿਆਂ ਤੋਂ 2 ਰਹੀ ਗਈ, ਹੌਲੀ ਹੌਲੀ 1.5 ਘੰਟਾ। ਅਜਿਹਾ ਕਰਦੇ ਕਰਦੇ ਮੇਰੀ ਸਾਧਨਾ ਬਿਲਕੁਲ ਹੀ ਖਤਮ ਹੋ ਗਈ। ਮੇਰੀ ਸੋਚ ਸੀ ਕਿ ਮੇਰੇ ਬੱਚੇ ਛੋਟੇ ਹਨ ਅਤੇ ਜਿਹੜਾ ਸਮਾਂ ਮੈਂ ਸਾਧਨਾ ਵਿੱਚ ਲਗਾਉਣਾ ਹੈ ਉਸ ਸਮੇਂ ਨੂੰ ਮੈਂ ਕਿੰਨੇ ਹੋਰ ਕੰਮ ਕਰ ਸਕਦੀ ਹਾਂ। ਮੈਨੂੰ ਇਹ ਸਮਝ ਨਹੀਂ ਸੀ ਕਿ ਜਿਹੜਾ ਸਮਾਂ ਆਪਾਂ ਸੇਵਾ ਸਾਧਨਾ ਵਿੱਚ ਲਗਾਉਂਦੇ ਹਾਂ ਉਸੇ ਸਮੇਂ ਦੀ ਹੀ ਕਦਰ ਪੈਂਦੀ ਹੈ, ਬਾਕੀ ਤਾਂ ਆਪਾਂ ਸਿਰਫ ਸਮਾਂ ਖਰਾਬ ਕਰ ਰਹੇ ਹਾਂ। ਇਸ ਗੱਲ ਨੂੰ ਮੇਰੇ ਮਾਤਾ ਜੀ ਚੰਗੀ ਤਰ੍ਹਾਂ ਸਮਝ ਚੁੱਕੇ ਸੀ ਅਤੇ ਉਹ 5-6 ਘੰਟੇ ਸਾਧਨਾ ਕਰਦੇ ਸਨ। ਉਹ ਮੈਨੂੰ ਦੱਸਦੇ ਕਿ ਸਾਧਨਾ ਕਰਕੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ। ਜਦੋਂ ਮੈਂ ਮੇਰੀ ਮਾਤਾ ਜੀ ਦੇ ਮੂੰਹੋਂ ਪ੍ਰਮਾਤਮਾ ਦੀ ਵਡਿਆਈ ਸੁਣਦੀ ਤਾਂ ਮੇਰੀ ਆਤਮਾ ਵੀ ਮੈਨੂੰ ਬਦਲਣ ਲਈ ਕਹਿੰਦੀ। ਮੈਂ ਵੀ ਖੂਬ ਸਾਧਨਾ ਕਰਨ ਲੱਗੀ। ਜਿਉਂ-ਜਿਉਂ ਮੇਰੀ ਸਾਧਨਾ ਵਧਣ ਲੱਗੀ ਤਿਉਂ-ਤਿਉਂ ਮੇਰਾ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਵਿਸ਼ਵਾਸ ਵੀ ਵੱਧਦਾ ਗਿਆ। ਹੁਣ ਮੈਂ ਪੂਰੀ ਤਰ੍ਹਾਂ ਸਮਝ ਚੁੱਕੀ ਹਾਂ ਕਿ ਜੇਕਰ ਅਸੀਂ ਆਪਣੇ ਗੁਰੂ ਦੀ ਮਹਿਮਾ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਡੇ ਲਈ ਸਾਧਨਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਬਾਹਰੀ ਜਗਤ ਦਾ ਵਿਸ਼ਾ ਨਹੀਂ ਹੈ। ਉਸ ਨੂੰ ਸਿਰਫ ਅੰਦਰ ਦੀਆਂ ਗਹਿਰਾਈਆਂ ਵਿੱਚ ਉਤਰ ਕੇ ਹੀ ਜਾਣਿਆ ਜਾ ਸਕਦਾ ਹੈ। ਮੇਰੇ ਗੁਰੂਦੇਵ ਦੀ ਮਹਿਮਾ ਇੱਥੇ ਖਤਮ ਨਹੀਂ ਹੁੰਦੀ। ਇੱਥੇ ਜੇਕਰ ਇਹ ਕਹੀ ਲਿਆ ਜਾਵੇ ਕਿ ਉਹਨਾਂ ਦੀ ਕਿਰਪਾ ਨਾਲ ਹੀ ਸਾਡਾ ਘਰ ਅੱਜ ਹੱਸਦਾ ਵਸਦਾ ਹੈ ਤਾਂ ਇਹ ਕੋਈ ਅਤੀ ਕਥਨੀ ਨਹੀਂ ਹੋਵੇਗੀ। ਉਹਨਾਂ ਹੀ ਦਿਨਾਂ ਵਿੱਚ ਹੀ ਮੇਰੇ ਮਾਤਾ ਜੀ ਦੇ ਪੇਟ ਵਿੱਚ ਕਾਫੀ ਦਰਦ ਰਹਿਣ ਲੱਗਾ। ਦਰਦ ਇੰਨਾ ਜ਼ਿਆਦਾ ਸੀ ਕਿ ਸਹਿਣ ਨਹੀਂ ਸੀ ਹੁੰਦਾ। ਮਾਤਾ ਜੀ ਲਗਭਗ 1.5 ਮਹੀਨਾ ਹਸਪਤਾਲ ਵਿੱਚ ਰਹੇ। ਕਦੇ ਡਾਕਟਰ ਕਹਿੰਦੇ ਕਿ ਬਲੱਡ ਠੀਕ ਨਹੀਂ, ਇਸ ਨੂੰ ਬਦਲਣਾ ਪਵੇਗਾ। ਕਦੇ ਕਹਿੰਦੇ ਕਿ ਕਿਸੇ ਵਿਟਾਮਿਨ ਦੀ ਘਾਟ ਹੈ, ਪਰ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ ਕਿ ਪੇਟ ਵਿੱਚ ਇੰਨਾ ਦਰਦ ਕਿਉਂ ਹੈ। ਮਾਤਾ ਜੀ ਕੁਝ ਖਾ ਪੀ ਵੀ ਨਹੀਂ ਸਕਦੇ ਸਨ, ਇਸ ਲਈ ਉਹ 1.5 ਮਹੀਨਾ ਗਲੂਕੋਜ਼ ਤੇ ਹੀ ਰਹੇ। ਜਦੋਂ ਡਾਕਟਰਾਂ ਨੂੰ ਬਿਮਾਰੀ ਦੀ ਸਮਝ ਨਾ ਪਈ ਤਾਂ ਉਹਨਾਂ ਨੇ ਮਾਤਾ ਜੀ ਦੇ ਕੈਂਸਰ ਦੇ ਟੈਸਟ ਕੀਤੇ, ਜਿਸ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ ਕੋਲੋਨ ਕੈਂਸਰ ਹੋ ਗਿਆ ਹੈ, ਜੋ ਆਖਰੀ ਸਟੇਜ ਤੇ ਸੀ। ਡਾਕਟਰਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਰੇਡੀਏਸ਼ਨ ਅਤੇ ਕੀਮੋਥੈਰੇਪੀ ਕਰਨੀ ਪਵੇਗੀ, ਨਹੀਂ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਹੈ। 3 ਮਹੀਨੇ ਤੱਕ ਮਾਤਾ ਜੀ ਦਾ ਇਲਾਜ ਚੱਲਦਾ ਰਿਹਾ। ਡਾਕਟਰਾਂ ਨੇ ਕਿਹਾ ਕਿ ਕੋਲੋਨ ਕੈਂਸਰ ਤਾਂ ਠੀਕ ਹੈ, ਪਰ ਰੇਡੀਏਸ਼ਨ ਅਤੇ ਕੀਮੋਥੈਰੇਪੀ ਲੈਣ ਕਾਰਨ ਮਾਤਾ ਜੀ ਨੂੰ ਸਮੱਸਿਆ ਹੋ ਸਕਦੀ ਹੈ, ਕਿਉਂਕਿ ਰੇਡੀਏਸ਼ਨ ਅਤੇ ਕੀਮੋਥੈਰੇਪੀ ਇਕੱਠੀ ਨਹੀਂ ਕੀਤੀ ਜਾ ਸਕਦੀ। ਪਰ ਮਾਤਾ ਜੀ ਦੀ ਸਮੱਸਿਆ ਜ਼ਿਆਦਾ ਹੋਣ ਕਰਕੇ ਡਾਕਟਰਾਂ ਨੂੰ ਅਜਿਹਾ ਫੈਸਲਾ ਲੈਣਾ ਪਿਆ। ਸਾਨੂੰ ਲੱਗਦਾ ਸੀ ਕਿ ਦਰਦ ਕਾਰਨ ਮਾਤਾ ਜੀ ਬਹੁਤ ਤਕਲੀਫ ਵਿੱਚ ਹੋਣਗੇ, ਪਰ ਜਦੋਂ ਵੀ ਉਹਨਾਂ ਨੂੰ ਹੋਸ਼ ਆਉਂਦੀ ਤਾਂ ਉਹ ਸਾਨੂੰ ਆਪਣੇ ਅਨੁਭਵ ਹੀ ਸੁਣਾਉਂਦੇ। ਇੱਕ ਦਿਨ ਮਾਤਾ ਜੀ ਨੂੰ ਹੱਦ ਤੋਂ ਜ਼ਿਆਦਾ ਤੇਜ਼ ਬੁਖਾਰ ਹੋ ਗਿਆ। ਉਹਨਾਂ ਨੂੰ ICU ਵਿੱਚ ਦਾਖਲ ਕੀਤਾ ਗਿਆ ਅਤੇ ਉਹਨਾਂ ਦੇ ਬੈੱਡ ਨੂੰ ਬਰਫ਼ ਉੱਪਰ ਰੱਖਿਆ ਗਿਆ। ਮਾਤਾ ਜੀ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਅੱਜ ਇਹਨਾਂ ਦੇ ਜੀਵਨ ਦਾ ਇਹ ਆਖਰੀ ਦਿਨ ਹੈ। ਉਸ ਦਿਨ ਤਾਂ ਡਾਕਟਰਾਂ ਨੇ ਵੀ ਨਾ ਕਹਿ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਇੱਕ ਕੋਸ਼ਿਸ਼ ਕਰ ਸਕਦੇ ਹਾਂ, ਅੱਗੇ ਬਚਣਾ ਜਾਂ ਬਚਾਉਣਾ ਸਾਡੇ ਹੱਥ ਵਿੱਚ ਨਹੀਂ ਹੈ। ਅਸੀਂ ਹਸਪਤਾਲ ਤੋਂ ਬਾਹਰ ਬੈਠੇ ਸਾਰਾ ਦਿਨ ਸਾਧਨਾ ਕਰਦੇ ਰਹੇ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਕਿ ਆਪ ਦੀ ਜੋ ਇੱਛਾ ਹੈ ਉਹੀ ਹੋਣਾ ਹੈ, ਪਰ ਸਾਨੂੰ ਸਭ ਕੁਝ ਸਹਿਣ ਦੀ ਸ਼ਕਤੀ ਦੇਣਾ। ਅਸੀਂ ਕਦੇ ਵੀ ਆਪ ਜੀ ਦੇ ਗਿਆਨ ਮਾਰਗ ਤੋਂ ਵਿਚਲਿਤ ਨਾ ਹੋਈਏ। ਮੈਂ ਇਹੀ ਕਹਾਂਗੀ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਚਮਤਕਾਰ ਸੀ ਕਿ ਹੱਦੋਂ ਵੱਧ ਬੁਖਾਰ ਹੋਣ ਤੋਂ ਬਾਅਦ ਵੀ ਕੋਈ ਬਚ ਜਾਵੇ। ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ,
ਪਰ ਜਿੱਥੇ ਗੁਰੂ ਰਾਖਾ ਹੋਵੇ ਉੱਥੇ ਕਾਲ ਦੇ ਪੈਰਾਂ ਵਿੱਚ ਵੇੜੀਆਂ ਪੈ ਜਾਂਦੀਆਂ ਹਨ। ਹੋਸ਼ ਆਉਣ ਤੋਂ ਬਾਅਦ ਮਾਤਾ ਜੀ ਨੇ ਸਾਨੂੰ ਆਪਣਾ ਅਨੁਭਵ ਸੁਣਾਉਂਦੇ ਹੋਏ ਕਿਹਾ ਕਿ ਮੈਨੂੰ ਕੋਈ ਤਕਲੀਫ ਨਹੀਂ ਹੋ ਰਹੀ ਸੀ। ਗੁਰੂ ਮਹਾਰਾਜ ਜੀ ਨੇ ਮੇਰਾ ਬੈੱਡ ਆਪਣੇ ਦੋਵਾਂ ਹੱਥਾਂ ਨਾਲ ਉੱਪਰ ਚੁੱਕਿਆ ਹੋਇਆ ਸੀ ਅਤੇ ਉਹ ਮੈਨੂੰ ਕਈ ਤਰ੍ਹਾਂ ਦੇ ਲੋਕਾਂ ਦੀ ਸੈਰ ਕਰਵਾ ਰਹੇ ਸਨ। ਸੱਚਮੁੱਚ ਗੁਰੂ ਮਹਾਰਾਜ ਜੀ ਨੇ ਮੇਰੇ ਮਾਤਾ ਜੀ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਸੀ। ਮਾਤਾ ਜੀ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ ਕਿਉਂਕਿ ਉਹਨਾਂ ਦੇ ਬਲੱਡ ਸੈੱਲਾਂ ਵਿੱਚ ਕਮੀ ਆ ਗਈ ਸੀ। ਮਾਤਾ ਜੀ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ ਕਿਉਂਕਿ ਉਹਨਾਂ ਦੇ ਬਲੱਡ ਸੈੱਲਾਂ ਵਿੱਚ ਕਮੀ ਆ ਗਈ ਸੀ। ਡਾਕਟਰਾਂ ਦੇ ਦਵਾਈਆਂ ਦੇਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਰਹੇ ਸਨ। ਆਖਿਰ ਡਾਕਟਰਾਂ ਨੇ ਮਾਤਾ ਜੀ ਦਾ ਸਾਰਾ ਖੂਨ ਬਦਲ ਦਿੱਤਾ ਪਰ ਫਿਰ ਵੀ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ। ਇੱਕ ਦਿਨ ਮਾਤਾ ਜੀ ਨੂੰ ਅਨੁਭਵ ਹੋਇਆ ਕਿ ਇਹ ਇੱਕ ਸੜਕ ਦੇ ਕਿਨਾਰੇ ਖੜੇ ਹਨ। ਉਹਨਾਂ ਕੋਲ ਬਹੁਤ ਹੀ ਸੁੰਦਰ ਮੱਕੀ ਦੇ ਹਰੇ ਹਰੇ ਖੇਤ ਹਨ। ਉੱਥੇ ਇੱਕ ਫੁੱਲਾਂ ਦੀ ਟੋਕਰੀ ਸਜਾਈ ਪਈ ਸੀ। ਉਸ ਟੋਕਰੀ ਵਿੱਚੋਂ ਇੱਕ ਗੁੱਡੀ ਨਿਕਲੀ ਅਤੇ ਉਹ ਮਾਤਾ ਪਾਰਵਤੀ ਜੀ ਵਿੱਚ ਤਬਦੀਲ ਹੋ ਗਈ ਅਤੇ ਮਾਤਾ ਜੀ ਦੇ ਕੋਲ ਆ ਕੇ ਦੋਵੇਂ ਹੱਥਾਂ ਨਾਲ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਉਸ ਅਨੁਭਵ ਤੋਂ ਬਾਅਦ ਮਾਤਾ ਜੀ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ। ਚਮਤਕਾਰੀ ਰੂਪ ਨਾਲ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਉਹ ਦਿਨਾਂ ਵਿੱਚ ਹੀ ਬਿਲਕੁਲ ਠੀਕ ਹੋ ਗਈ। ਤੀਸਰੇ ਦਿਨ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ। ਦਸੰਬਰ 2004 ਵਿੱਚ ਅਸੀਂ ਸਾਰਾ ਪਰਿਵਾਰ, ਮੇਰੇ ਮਾਤਾ ਜੀ ਅਤੇ ਮੇਰੀ ਛੋਟੀ ਭੈਣ ਗੁਰੂ ਮਹਾਰਾਜ ਜੀ ਦੇ ਦਰਸ਼ਨ ਲਈ ਨੂਰ ਮਹਿਲ ਆਸ਼ਰਮ ਵਿੱਚ ਆਏ। ਇੱਥੇ ਮੈਂ ਆਪ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮਾਤਾ ਜੀ ਬਹੁਤ ਬਿਮਾਰ ਸਨ ਤਾਂ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰਦੇ ਸਨ ਕਿ ਮੈਂ ਆਪ ਜੀ ਦੇ ਦਰਬਾਰ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਇਸ ਲਈ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪੂਰਾ ਨੂਰ ਮਹਿਲ ਆਸ਼ਰਮ ਅਨੁਭਵ ਵਿੱਚ ਪਹਿਲਾਂ ਹੀ ਦਿਖਾ ਦਿੱਤਾ ਸੀ। ਜਦ ਅਸੀਂ ਨੂਰ ਮਹਿਲ ਆਏ ਤਾਂ ਮਾਤਾ ਜੀ ਸਾਨੂੰ ਇੱਕ ਚੀਜ਼ ਬਾਰੇ ਦੱਸਣ ਲੱਗੇ। ਸੱਚਮੁੱਚ ਗੁਰੂ ਆਪਣੇ ਸੇਵਕ ਦੀ ਹਰ ਇੱਛਾ ਪੂਰੀ ਕਰਦਾ ਹੈ। ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਜੇਕਰ ਸਾਡੇ ਜੀਵਨ ਅੰਦਰ ਗੁਰੂ ਮਹਾਰਾਜ ਜੀ ਨਾ ਆਉਂਦੇ ਤਾਂ ਅੱਜ ਅਸੀਂ ਇਸ ਦੁਨੀਆ ਵਿੱਚ ਨਾ ਹੁੰਦੇ। ਜੇਕਰ ਹੁੰਦੇ ਵੀ ਤਾਂ ਮਾਨਸਿਕ ਮਰੀਜ਼ ਹੀ ਹੁੰਦੇ ਜਿਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੁੰਦਾ। ਸਾਡੇ ਸਾਰੇ ਪਰਿਵਾਰ ਕੋਲ ਸ਼ਬਦ ਨਹੀਂ ਜਿਸ ਨਾਲ ਅਸੀਂ ਉਸ ਸੱਚੇ ਪਿਤਾ ਦਾ ਗੁਣਗਾਨ ਕਰ ਸਕੀਏ। ਗੁਰੂ ਮਹਾਰਾਜ ਜੀ ਨੇ ਸਿਰਫ ਮੇਰੇ ਉਜੜਦੇ ਘਰ ਨੂੰ ਹੀ ਨਹੀਂ ਬਸਾਇਆ, ਸਗੋਂ ਮੈਨੂੰ ਅਤੇ ਮੇਰੇ ਮਾਤਾ ਜੀ ਨੂੰ ਨਵੀਂ ਜ਼ਿੰਦਗੀ ਵੀ ਬਖਸ਼ੀ ਹੈ। ਇਸ ਲਈ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦੀ ਹਾਂ ਕਿ ਸਾਡੇ ਇਸ ਵਿਸ਼ਵਾਸ ਨੂੰ ਦਿਨ ਦੁੱਗਣਾ ਅਤੇ ਰਾਤ ਚੌਗੁਣਾ ਕਰਨ। ਸਾਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਸਾਡੇ ਉੱਪਰ ਅਜਿਹੀ ਕਿਰਪਾ ਕਰਨ ਕਿ ਅਸੀਂ ਉਹਨਾਂ ਦੇ ਮਿਸ਼ਨ ਅੰਦਰ ਵੱਧ ਤੋਂ ਵੱਧ ਸੇਵਾ ਕਰ ਸਕੀਏ। ਗੁਰੂ ਮਹਾਰਾਜ ਜੀ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਅਤੇ ਸੇਵਾ ਸਾਧਨਾ ਮਿਲਦੀ ਰਹੇ। ਜੈ ਮਹਾਰਾਜ ਜੀ ਕੀ, ਸੱਚੇ ਦਰਬਾਰ ਕੀ ਜੈ।